ਸਾਰੇ ਵਿਊਸ ਦਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ, ਜਿਸ ਦਾ ਨਾਮ ਹੈ ਲਰਨਿੰਗ ਪਾਥ। ਤੇ ਅੱਜ ਅਸੀਂ ਇੱਕ ਵਾਰ ਫਿਰ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਮਾਸਟਰ ਕੇਡਰ ਐਗਜ਼ਾਮ ਦਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਟੌਪਿਕ ਹੈਗਾ ਉਸ ਨੂੰ ਪੂਰਾ ਕਵਰ ਕਰਾਂਗੇ। ਤੇ ਇਸ ਚੈਨਲ ਉੱਪਰ ਅਸੀਂ ਸੀਟੈਟ, ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਨਾਲ ਸੰਬੰਧਿਤ ਜਿਹੜੀਆਂ ਵੀਡੀਓ ਅਪਲੋਡ ਕਰਦੇ ਹਾਂ। ਤੇ ਸਪੈਸ਼ਲੀ ਜਿਹੜਾ ਇਹ ਚੈਨਲ ਸੋਸ਼ਲ ਸਟੱਡੀ ਸਬਜੈਕਟ ਨਾਲ ਸੰਬੰਧਿਤ ਹੈਗਾ, ਠੀਕ ਹੈ ਜੀ। ਤੇ ਇਸ ਚੈਨਲ ਉੱਪਰ ਤੁਹਾਨੂੰ ਸੋਸ਼ਲ ਸਟੱਡੀ ਸਬਜੈਕਟ ਨਾਲ ਸਾਰੀਆਂ ਜਿੰਨੇ ਵੀ ਐਗਜ਼ਾਮ ਹੈਗੇ ਆ ਸੋਸ਼ਲ ਸਟੱਡੀ ਸਬਜੈਕਟ ਨਾਲ, ਉਹਨਾਂ ਦੀ ਅਸੀਂ ਪ੍ਰੈਪਰੇਸ਼ਨ ਕਰਵਾਵਾਂਗੇ। ਤਾਂ ਅੱਜ ਦਾ ਸਾਡਾ ਟੌਪਿਕ ਸ਼ੁਰੂ ਕਰਦੇ ਹਾਂ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਤੇ ਇਹ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ, ਇਹ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਆਫੀਸ਼ੀਅਲ ਲੋਗੋ ਹੈਗਾ ਜੀ। ਤੇ ਇਸ ਦੇ ਜਿਹੜੇ ਹੈੱਡਕੁਆਟਰ ਦੀ ਗੱਲ ਕਰੀਏ ਤਾਂ ਇਸ ਦਾ ਮੇਨ ਜਿਹੜਾ ਹੈੱਡਕੁਆਟਰ ਹੈਗਾ ਨਿਊਯਾਰਕ ਸਿਟੀ ਵਿੱਚ। ਤੇ ਇਸ ਤੋਂ ਇਲਾਵਾ ਅਦਰ ਆਫਿਸ ਜਿਹੜੇ ਹੈਗੇ ਆ ਜੁਨੇਵਾ ਵਿੱਚ ਵੀ ਹੈਗਾ ਜੀ, ਨੈਰੋਬੀ, ਵਿਆਨਾ ਤੇ ਹੇਗ ਵਿੱਚ। ਤੇ ਪਰ ਜਿਹੜਾ ਮੇਨ ਆਫਿਸ ਉਹ ਨਿਊਯਾਰਕ ਸਿਟੀ ਵਿੱਚ ਹੈਗਾ। ਤੇ ਇਸ ਤੋਂ ਇਲਾਵਾ ਇਸ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ, ਜੋ ਕਿ ਪ੍ਰੈਜ਼ੈਂਟ ਸਮੇਂ ਵਿੱਚ ਆਪਣੀ ਜਿਹੜੀ ਸੇਵਾ ਨਿਭਾ ਰਹੇ ਨੇ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਯੂਨਾਈਟਿਡ ਇਹ ਪਿਕਚਰ ਤੁਸੀਂ ਦੇਖ ਸਕਦੇ ਹੋ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਜਿਹੜਾ ਆਫੀਸ਼ੀਅਲ ਆਫਿਸ ਹੈਗਾ ਨਿਊਯਾਰਕ ਸਿਟੀ ਵਿੱਚ, ਉਸ ਦੀ ਹੈਗੀ ਹੈ ਜੀ। ਤੇ ਇਸ ਤੋਂ ਇਲਾਵਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀਆਂ 6 ਜਿਹੜੀਆਂ ਆਫੀਸ਼ੀਅਲ ਲੈਂਗੁਏਜ ਹੈਗੀਆਂ, ਕਿ ਇਹ 6 ਆਫੀਸ਼ੀਅਲ ਲੈਂਗੁਏਜ ਦੇ ਵਿੱਚ ਹੀ ਜਿੰਨਾ ਵੀ ਆਫੀਸ਼ੀਅਲ ਵਰਕ ਹੁੰਦਾ ਹੈਗਾ ਯੂਨਾਈਟਿਡ ਨੇਸ਼ਨ ਦਾ, ਉਹ ਇਹਨਾਂ 6 ਲੈਂਗੁਏਜ ਵਿੱਚ ਹੀ ਹੁੰਦਾ ਹੈਗਾ ਜੀ। ਤਾਂ ਇਸ ਵਿੱਚ ਕਿਹੜੀਆਂ ਭਾਸ਼ਾਵਾਂ ਸ਼ਾਮਲ ਨੇ ਤੁਸੀਂ ਦੇਖ ਲਓ। ਇਸ ਵਿੱਚ ਅਰਬੀ, ਚਾਈਨੀਜ਼, ਫਰੈਂਚ, ਰਸ਼ੀਅਨ, ਸਪੈਨਿਸ਼ ਔਰ ਇੰਗਲਿਸ਼। ਤੇ ਅੱਜ ਦੇ ਸਮੇਂ ਵਿੱਚ ਇਸ ਦੇ ਟੋਟਲ 193 ਮੈਂਬਰ ਸਟੇਟ ਨੇ ਤੇ 2 ਓਬਜ਼ਰਵਰ ਜਿਹੜੇ ਸਟੇਟ ਹੈਗੇ, ਠੀਕ ਹੈ ਜੀ। ਤੇ ਜਦੋਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਸ਼ੁਰੂਆਤ ਹੋਈ, ਉਸ ਵਿੱਚ 50 ਜਿਹੜੇ ਮੈਂਬਰਾਂ ਨੇ ਜਿਹੜਾ ਹਿੱਸਾ ਲਿਆ ਸੀ, ਤੇ ਪੋਲੈਂਡ ਬਾਅਦ ਵਿੱਚ ਦਾਖਲ ਹੋਇਆ ਸੀਗਾ। ਤੇ ਕੁੱਲ ਗਿਣਤੀ ਉਦੋਂ 52 ਸੀਗੀ ਜਦੋਂ ਯੂਨਾਈਟਿਡ ਨੇਸ਼ਨ ਦੀ ਸ਼ੁਰੂਆਤ ਹੋਈ, ਤੇ ਅੱਜ ਇਸ ਦੀ ਗਿਣਤੀ ਵੱਧ ਕੇ 193 ਹੋ ਗਈ ਹੈ। ਤੇ ਇਸ ਤੋਂ ਇਲਾਵਾ 2 ਓਬਜ਼ਰਵਰ ਸਟੇਟ ਜਿਹੜੇ ਮੈਂਬਰ ਤਾਂ ਨਹੀਂ, ਪਰ ਇੱਕ ਓਬਜ਼ਰਵਰ ਦੇ ਤੌਰ 'ਤੇ, ਇੱਕ ਨਿਰੀਖਕ ਦੇ ਤੌਰ 'ਤੇ ਜਿਹੜੀ ਸੇਵਾ ਨਿਭਾ ਰਹੇ ਨੇ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਯੂਨਾਈਟਿਡ ਨੇਸ਼ਨ ਦਾ ਜਿਹੜਾ ਚਾਰਟਰ ਸਾਈਨ ਕੀਤਾ ਗਿਆ, ਉਸ ਨੂੰ 26 ਜੂਨ 1945 ਨੂੰ ਸਾਈਨ ਕੀਤਾ ਗਿਆ। ਤੇ ਜਦੋਂ ਪਰ ਇਸ ਨੂੰ ਲਾਗੂ ਕੀਤਾ ਗਿਆ 24 ਅਕਤੂਬਰ 1945 ਨੂੰ, ਠੀਕ ਹੈ ਜੀ। ਤਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੂੰ ਜਿਹੜਾ ਬਣਾਉਣ ਦਾ ਫੈਸਲਾ ਲਿਆ ਗਿਆ ਸੀ, ਉਹ ਸਭ ਤੋਂ ਪਹਿਲਾਂ ਸੈਨ ਫ੍ਰਾਂਸਿਸਕੋ ਕਾਨਫਰੰਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ ਦੁਆਰਾ ਲਿਆ ਗਿਆ ਸੀ, ਠੀਕ ਹੈ ਜੀ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਅਜਿਹੀ ਸੰਸਥਾ ਬਣਾਈ ਜਾਵੇ ਕਿ ਜਿਸ ਵਿੱਚ ਸਾਰੇ ਦੇਸ਼ ਸ਼ਾਮਲ ਹੋਣ, ਤੇ ਜਿਸ ਨੂੰ ਇਸ ਸੰਸਥਾ ਨੂੰ ਵਿਸ਼ਵ ਸ਼ਾਂਤੀ ਫੈਲਾਉਣ ਵਿੱਚ ਜਿਹੜੀ ਭੂਮਿਕਾ ਨਿਭਾ ਸਕੇ ਉਹ ਸੰਸਥਾ, ਠੀਕ ਹੈ ਜੀ। ਤਾਂ ਉਹਨਾਂ ਨੇ ਨਾਂ ਦਿੱਤਾ ਸੀਗਾ ਸੰਯੁਕਤ ਰਾਸ਼ਟਰ। ਇਹ ਨਾਂ ਰਾਸ਼ਟਰਪਤੀ ਰੂਜ਼ਵੈਲਟ ਨੇ ਦਿੱਤਾ ਸੀਗਾ, ਠੀਕ ਹੈ ਜੀ, ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਸੀਗੇ। ਤੇ ਇਸ ਤੋਂ ਇਲਾਵਾ ਸੈਨ ਫ੍ਰਾਂਸਿਸਕੋ ਜਿਹੜੀ ਕਾਨਫਰੰਸ ਹੋਈ ਸੀ 24 ਜੂਨ 1945 ਨੂੰ ਹੋਈ, ਇਸ ਵਿੱਚ ਕੁੱਲ 50 ਮੈਂਬਰਾਂ ਨੇ ਹਿੱਸਾ ਲਿਆ ਸੀਗਾ। ਤੇ 50 ਜਿਹੜੇ ਦੇਸ਼ਾਂ ਨੇ, 50 ਦੇਸ਼ ਸੀ ਟੋਟਲ ਜਿਹੜੇ ਸੀਗੇ, ਠੀਕ ਹੈ ਜੀ। ਤਾਂ ਇਹਨਾਂ 50 ਦੇਸ਼ਾਂ ਦੇ 282 ਰਿਪਰੈਜ਼ੈਂਟੇਟਿਵ ਜਿਹੜੇ ਆਏ ਸੀਗੇ, ਜਿਨ੍ਹਾਂ ਨੇ ਇਸ ਕਾਨਫਰੰਸ ਵਿੱਚ ਹਿੱਸਾ ਲਿਆ। ਪਰ ਪੋਲੈਂਡ ਜਿਹੜਾ ਸੀਗਾ ਉਹ ਬਾਅਦ ਵਿੱਚ ਆਇਆ, ਤੇ ਬਾਅਦ ਵਿੱਚ ਇਸ ਨੇ ਸਾਈਨ ਕਰ ਲਏ। ਤੇ ਇਸ ਤਰ੍ਹਾਂ ਜਿਹੜੀ ਗਿਣਤੀ ਸੀ ਉਹ ਵੱਧ ਕੇ 51 ਹੋ ਗਈ ਸੀ। ਤਾਂ ਗੱਲ ਕਰਦੇ ਹਾਂ ਯੂਨਾਈਟਿਡ ਨੇਸ਼ਨ ਦੇ ਚਾਰਟਰ ਬਾਰੇ। ਤਾਂ ਇਸ ਵਿੱਚ 111 ਕੁੱਲ ਆਰਟੀਕਲ ਨੇ, ਠੀਕ ਹੈ ਜੀ, ਤੇ 19 ਚੈਪਟਰ ਨੇ, ਠੀਕ ਹੈ ਜੀ। ਤੇ ਇਸ ਨੂੰ ਬਣਾਉਣ ਵਿੱਚ 4 ਲੱਖ ਅਮਰੀਕੀ ਡਾਲਰ ਦਾ ਖਰਚਾ ਹੋਇਆ ਹੈਗਾ ਉਸ ਸਮੇਂ। ਤੇ ਗੱਲ ਕਰਦੇ ਹਾਂ ਜਿਹੜੇ ਯੂਨਾਈਟਿਡ ਨੇਸ਼ਨ ਦੇ ਮੁੱਖ ਉਦੇਸ਼, ਕਿ ਕਿੰਨਾ ਉਦੇਸ਼ਾਂ ਨੂੰ ਜਿਹੜਾ ਸਾਹਮਣੇ ਰੱਖ ਕੇ ਇਹ ਸੰਸਥਾ ਬਣਾਈ ਗਈ। ਤਾਂ ਉਹ ਜਿਹੜੇ ਉਦੇਸ਼ ਹੈਗੇ, ਸਭ ਤੋਂ ਪਹਿਲਾਂ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਪ੍ਰਦਾਨ ਕਰਨੀ ਸਾਰੇ ਦੇਸ਼ਾਂ ਨੂੰ, ਠੀਕ ਹੈ ਜੀ। ਤੇ ਹਿਊਮਨ ਰਾਈਟ ਨੂੰ ਪ੍ਰੋਟੈਕਟ ਜਿਹੜੇ ਹਿਊਮਨ ਰਾਈਟ ਨੂੰ ਪ੍ਰਮੋਟਿੰਗ ਕਰਨਾ, ਮਨੁੱਖੀ ਅਧਿਕਾਰਾਂ ਨੂੰ, ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਸਮਾਜਿਕ ਅਤੇ ਆਰਥਿਕ ਵਿਕਾਸ ਕਰਨਾ। ਤੇ ਇਸ ਤੋਂ ਇਲਾਵਾ ਸਾਰੇ ਦੇਸ਼ਾਂ ਵਿੱਚ ਫਰੈਂਡਲੀ ਰਿਲੇਸ਼ਨਸ਼ਿਪ ਡਿਵੈਲਪ ਕਰਨਾ। ਤੇ ਇਸ ਤੋਂ ਇਲਾਵਾ ਉਹਨਾਂ ਰਾਸ਼ਟਰਾਂ ਨੂੰ ਸਹਾਇਤਾ ਪ੍ਰਦਾਨ ਕਰਨੀ ਜਿਨ੍ਹਾਂ ਰਾਸ਼ਟਰਾਂ ਵਿੱਚ
ਨੈਚੁਰਲ ਡਿਜ਼ਾਸਟਰ ਹੋ ਗਏ, ਕੋਈ ਕੁਦਰਤੀ ਆਫਤ ਆ ਗਈ ਜਾਂ ਯੁੱਧ ਦੀ ਸਥਿਤੀ ਬਣੀ ਹੋਈ ਹੈ, ਠੀਕ ਹੈ ਜੀ, ਤਾਂ ਉਹਨਾਂ ਰਾਸ਼ਟਰਾਂ ਨੂੰ ਸਹਾਇਤਾ ਪ੍ਰਦਾਨ ਕਰਨੀ। ਅਤੇ ਇਸ ਤੋਂ ਇਲਾਵਾ ਕਿ ਹੋਰ ਵੀ ਜਿੰਨੀਆਂ ਵੀ ਵਿਸ਼ਵ ਦੀਆਂ ਕੋਈ ਵੀ ਸਮੱਸਿਆ ਹੈਗੀ ਹੈ, ਚਾਹੇ ਉਹ ਇਕਨੋਮਿਕ ਆਰਥਿਕ ਹੋਵੇ, ਚਾਹੇ ਉਹ ਕਲਚਰਲ ਹੋਵੇ, ਚਾਹੇ ਉਹ ਸੋਸ਼ਲ ਹੋਵੇ, ਸਮਾਜਿਕ ਹੋਵੇ, ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਉਹ ਯੂਨਾਈਟਿਡ ਨੇਸ਼ਨ ਦਾ ਫਰਜ਼ ਹੈਗਾ, ਠੀਕ ਹੈ ਜੀ। ਤਾਂ ਇਸ ਵਿੱਚ ਸਾਰੇ ਦੇਸ਼ ਮਿਲ ਕੇ ਇੱਕ ਦੂਜੇ ਰਾਸ਼ਟਰ ਦੀ ਸਹਾਇਤਾ ਕਰਦੇ ਨੇ। ਅਤੇ ਹੁਣ ਅਸੀਂ ਗੱਲ ਕਰਾਂਗੇ ਯੂਨਾਈਟਿਡ ਨੇਸ਼ਨ ਦੇ ਮੁੱਖ ਸਿਧਾਂਤਾਂ ਬਾਰੇ। ਤਾਂ ਜਿਹੜੇ ਵੀ ਰਾਸ਼ਟਰ ਨੂੰ ਇਸ UN ਵਿੱਚ ਮੈਂਬਰਸ਼ਿਪ ਹਾਸਲ ਹੁੰਦੀ ਹੈਗੀ ਆ, ਉਸ ਨੂੰ ਇਹਨਾਂ ਸਾਰੇ ਸਿਧਾਂਤਾਂ ਦੀ ਪਾਲਣਾ ਕਰਨੀ ਪਵੇਗੀ। ਤਾਂ ਦੇਖਦੇ ਹਾਂ ਕਿਹੜੇ ਕਿਹੜੇ ਸਿਧਾਂਤ UN ਨੇ ਸ਼ਾਮਿਲ ਕੀਤੇ ਨੇ। ਤਾਂ ਸਭ ਤੋਂ ਪਹਿਲਾਂ ਜਿਹੜਾ ਵੀ ਰਾਸ਼ਟਰ UN ਵਿੱਚ ਮੈਂਬਰਸ਼ਿਪ ਦਾ ਹਾਸਲ ਕਰੇਗਾ, ਉਸ ਨੂੰ ਸਾਰੇ ਰਾਸ਼ਟਰਾਂ ਨੂੰ ਸਮਾਨ ਸਮਝਣਾ ਪਵੇਗਾ ਕਿ ਸਾਰੇ ਜਿਹੜੇ ਰਾਸ਼ਟਰ ਆ ਉਹ ਪ੍ਰਭੂਤਾ ਸੰਪੰਨ ਰਾਜ ਹੈਗੇ ਆ, ਅਤੇ ਕਿਸੇ ਵੀ ਰਾਸ਼ਟਰ ਨੂੰ ਵੱਡਾ ਜਾਂ ਛੋਟਾ ਨਹੀਂ ਸਮਝਿਆ ਜਾਵੇਗਾ। ਅਤੇ ਇਸ ਤੋਂ ਇਲਾਵਾ ਸਾਰੇ ਰਾਸ਼ਟਰ ਜਿਹੜੇ ਹੈਗੇ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਪਾਬੰਦ ਹੋਣਗੇ, ਅਤੇ ਜਿਹੜੀਆਂ ਜ਼ਿੰਮੇਵਾਰੀਆਂ ਯੂਨਾਈਟਿਡ ਨੇਸ਼ਨ ਦੁਆਰਾ ਸੌਂਪੀਆਂ ਗਈਆਂ ਉਹਨਾਂ ਨੂੰ। ਅਤੇ ਇਸ ਤੋਂ ਇਲਾਵਾ ਸਾਰੇ ਜਿਹੜੇ ਰਾਸ਼ਟਰ ਆਪਣੇ ਜਿੰਨੇ ਵੀ ਝਗੜੇ ਹੈਗੇ ਉਹ ਸ਼ਾਂਤੀਪੂਰਨ ਤਰੀਕੇ ਨਾਲ ਸੁਲਝਾਉਣਗੇ। ਅਤੇ ਇਸ ਤੋਂ ਇਲਾਵਾ ਕੋਈ ਵੀ ਰਾਸ਼ਟਰ ਕਿਸੇ ਦੂਸਰੇ ਰਾਸ਼ਟਰ ਉੱਪਰ ਨਾ ਤਾਂ ਕੋਈ ਧਮਕੀ ਦੇਵੇਗਾ ਔਰ ਨਾ ਹੀ ਉਸ ਉੱਪਰ ਕੋਈ ਫੌਜ ਦਾ ਇਸਤੇਮਾਲ ਕਰਕੇ ਉਸਦੇ ਜਿਹੜੇ ਰਾਜ ਨੂੰ ਆਪਣੇ ਹਿੱਸੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰੇਗਾ। ਅਤੇ ਇਸ ਤੋਂ ਇਲਾਵਾ ਜਿਹੜੇ UN ਹੈਗਾ, UN ਨੂੰ ਕਿਸੇ ਵੀ ਰਾਜ ਦੇ ਡੋਮੈਸਟਿਕ ਅਫੇਅਰ ਯਾਨੀ ਕਿ ਘਰੇਲੂ ਮਾਮਲੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਦੇਵੇਗਾ। ਅਤੇ ਇਸ ਤੋਂ ਇਲਾਵਾ ਕਿ ਸਾਰੀਆਂ ਕੰਟਰੀਆਂ ਨੂੰ ਯੂਨਾਈਟਿਡ ਨੇਸ਼ਨ ਨੂੰ ਸਹਾਇਤਾ ਦੇਣੀ ਪਵੇਗੀ, ਅਤੇ ਤਾਂ ਕਿ ਯੂਨਾਈਟਿਡ ਨੇਸ਼ਨ ਇੱਕ ਵਿਸ਼ਵ ਸ਼ਾਂਤੀ ਦੀ ਸਥਾਪਨਾ ਲਈ ਅੱਗੇ ਆ ਸਕੇ। ਅਤੇ ਹੁਣ ਅਸੀਂ ਗੱਲ ਕਰਾਂਗੇ ਪ੍ਰੈਂਬਲ ਬਾਰੇ ਯਾਨੀ ਕਿ ਪ੍ਰਸਤਾਵਨਾ ਬਾਰੇ। ਜਿਸ ਤਰ੍ਹਾਂ ਸਾਡੇ ਸੰਵਿਧਾਨ ਵਿੱਚ ਸਭ ਤੋਂ ਸ਼ੁਰੂ ਦੇ ਵਿੱਚ ਪ੍ਰੈਂਬਲ ਨੂੰ ਸ਼ਾਮਿਲ ਕੀਤਾ ਗਿਆ, ਉਸੇ ਤਰ੍ਹਾਂ ਯੂਨਾਈਟਿਡ ਨੇਸ਼ਨ ਵਿੱਚ ਵੀ ਪ੍ਰੈਂਬਲ ਨੂੰ ਸ਼ਾਮਿਲ ਕੀਤਾ ਗਿਆ। ਅਤੇ ਆਓ ਅਸੀਂ ਦੇਖਦੇ ਹਾਂ ਕਿ ਪ੍ਰੈਂਬਲ ਵਿੱਚ ਕਿਹੜੇ ਜਿਹੜੇ ਸਿਧਾਂਤ ਜਿਹੜੇ ਸ਼ਾਮਿਲ ਕੀਤੇ ਗਏ। ਅਤੇ ਸਭ ਤੋਂ ਪਹਿਲਾਂ ਕਿਹਾ ਗਿਆ ਕਿ ਸਾਰੇ ਰਾਸ਼ਟਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਯੁੱਧ ਤੋਂ ਬਚਾਉਣਗੇ। ਅਤੇ ਇਸ ਤੋਂ ਇਲਾਵਾ ਇਸ ਦਾ ਮੁੱਖ ਸਿਧਾਂਤ ਕਿ ਔਰਤ ਅਤੇ ਮਰਦ ਵਿੱਚ ਸਮਾਨ ਅਧਿਕਾਰ ਜਿਹੜੇ ਦੇਣੇ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਸਮਾਜਿਕ ਪ੍ਰਗਤੀ ਨੂੰ ਅਤੇ ਉੱਚੇ ਜੀਵਨ ਪੱਧਰ ਨੂੰ ਉਤਸ਼ਾਹਿਤ ਕਰਨਾ, ਅਤੇ ਇਸ ਤੋਂ ਇਲਾਵਾ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨਾ। ਇਹ ਸਾਰੇ ਜਿਹੜੇ ਸਿਧਾਂਤ ਜਿਹੜੇ ਪ੍ਰੈਂਬਲ ਵਿੱਚ ਸ਼ਾਮਿਲ ਕੀਤੇ ਗਏ। ਅਤੇ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨ ਦੇ ਜਿਹੜੇ ਮੁੱਖ ਅੰਗ ਕਿਹੜੇ ਯਾਨੀ ਕਿ ਔਰਗਨ ਕਿਹੜੇ ਨੇ। ਤਾਂ ਸਭ ਤੋਂ ਪਹਿਲਾਂ ਸਿਕਿਉਰਿਟੀ ਕਾਉਂਸਿਲ ਯਾਨੀ ਕਿ ਸੁਰੱਖਿਆ ਪਰਿਸ਼ਦ, ਅਤੇ ਇਸ ਤੋਂ ਅੱਗੇ ਜਨਰਲ ਅਸੈਂਬਲੀ ਯਾਨੀ ਕਿ ਮਹਾਂ ਸਭਾ। ਇਸ ਤੋਂ ਇਲਾਵਾ ਅੱਗੇ ਇਕਨੋਮਿਕ ਐਂਡ ਸੋਸ਼ਲ ਕਾਉਂਸਿਲ ਯਾਨੀ ਕਿ ਆਰਥਿਕ ਅਤੇ ਸਮਾਜਿਕ ਪਰਿਸ਼ਦ, ਅਤੇ ਟਰਸਟੀਸ਼ਿਪ ਕਾਉਂਸਿਲ ਯਾਨੀ ਕਿ ਅਮਾਨਤੀ ਪਰਿਸ਼ਦ। ਅਤੇ ਇਸ ਤੋਂ ਇਲਾਵਾ ਦਾ ਸਕੱਤਰੇਤ ਅਤੇ ਦਾ ਇੰਟਰਨੈਸ਼ਨਲ ਕੋਰਟਸ ਆਫ ਜਸਟਿਸ ਯਾਨੀ ਕਿ ਅੰਤਰਰਾਸ਼ਟਰੀ ਨਿਆਂ ਅਦਾਲਤਾਂ। ਤਾਂ ਇਹ ਸਾਰੇ ਅੰਗ ਜਿਹੜੇ ਯੂਨਾਈਟਿਡ ਨੇਸ਼ਨ ਵਿੱਚ ਸ਼ਾਮਿਲ ਕੀਤੇ ਗਏ। ਜਿਸ ਤਰ੍ਹਾਂ ਕਿ ਸਾਡੇ ਸਰਕਾਰ ਨੂੰ ਐਗਜ਼ੀਕਿਊਟਿਵ ਪਾਵਰ ਵੀ ਸ਼ਾਮਿਲ ਹੁੰਦੀਆਂ ਹੈਗੀਆਂ, ਲੈਜਿਸਲੇਚਰ ਔਰ ਜੁਡੀਸ਼ਰੀ। ਉਸੇ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਤਿੰਨ ਜਿਹੜੇ ਅੰਗ ਸੀਗੇ ਸਰਕਾਰ ਵਿੱਚ, ਉਸੇ ਤਰ੍ਹਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਜਿਹੜੇ 6 ਅੰਗ ਜਿਹੜੇ ਸ਼ਾਮਿਲ ਕੀਤੇ ਗਏ ਅਤੇ ਇਹਨਾਂ ਵਿੱਚੋਂ ਸਾਰੇ ਅੰਗ ਆਪਣਾ ਆਪਣਾ ਕੰਮ ਜਿਹੜਾ ਤਨਦੇਹੀ ਨਾਲ ਨਿਭਾਉਂਦੇ ਨੇ ਅਤੇ ਸਾਰੇ ਵਿਸ਼ਵ ਨੂੰ ਸੁਰੱਖਿਆ ਪ੍ਰਦਾਨ ਕਰਦੇ ਨੇ। ਤਾਂ ਅਗਲੀ ਵੀਡੀਓ ਵਿੱਚ ਅਸੀਂ ਇਸ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਇਹਨਾਂ ਸਾਰੇ ਅੰਗਾਂ ਬਾਰੇ ਵਿਸਥਾਰਪੂਰਵਕ ਜਾਣਾਂਗੇ ਜੀ। ਤਾਂ ਮਿਲਦੇ ਹਾਂ ਅਗਲੇ ਲੈਕਚਰ ਵਿੱਚ ਜੀ। ਧੰਨਵਾਦ ਜੀ।